ਜੀ ਕਬੀਰ ਡਗਮਗ ਕਿਆ ਕਰੈ, ਕਹਾਂ ਡੁਲਾਵੈ ਜਿਉ। ਸਰਬ ਸੁਖ ਕੋ ਨਾਇਕੋ, ਰਾਮ ਨਾਮ ਰਸ ਪੀਓ। ਸਰਬ ਸੁਖ ਕੋ ਨਾਇਕੋ, ਰਾਮ ਨਾਮ ਰਸ ਪੀਓ। ਧੰਨ ਵਾਹਿਗੁਰੂ ਸਾਹਿਬ ਜੀ। ਰੇ ਮਨ ਡੀਗ ਨਾ ਡੋਲੀਐ, ਸਿੱਧਾ ਮਾਰਗ ਧਾਓ। ਪਾਛੈ ਬਾਗ ਡਰਾਵਣ, ਆਗੈ ਅਗਨ ਤਲਾਓ। ਸੰਸੈ ਜਿਅਰਾ ਪਰ ਰਹਿਓ, ਮਾ ਕਉ ਅਵਰ ਨਾ ਢੰਗ। ਨਾਨਕ ਗੁਰਮੁਖ ਛੁਟੀਐ, ਹਰ ਪ੍ਰੀਤਮ ਸਿਉ ਸੰਗ। ਸੰਸੈ ਜਿਅਰਾ ਪਰ ਰਹਿਓ, ਮਾ ਕਉ ਅਵਰ ਨਾ ਢੰਗ। ਨਾਨਕ ਗੁਰਮੁਖ ਛੁਟੀਐ, ਹਰ ਪ੍ਰੀਤਮ ਸਿਉ ਸੰਗ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਹਲਤ ਪਲਤ ਸਵਾਰ ਦੇਨਹਾਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਔਰ ਆਪੋ ਆਪਣੇ ਘਰਾਂ ਦੇ ਅੰਦਰ ਪਾਵਨ ਗੁਰਬਾਣੀ ਨਿਤਨੇਮ ਦੀਆਂ ਬਾਣੀਆਂ ਦੇ ਨਾਲ ਜੁੜ ਮਿਲ ਬੈਠੇ ਸਤਿਕਾਰਯੋਗ ਸਤਸੰਗੀ ਜਨੋ, ਪਾਤਸ਼ਾਹ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਦੇ ਸਦਕਾ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਨੇ। ਆਓ ਜਿਤਨਾ ਕੁ ਸਮਾਂ ਬਾਕੀ ਰਹਿੰਦਾ ਹੈ, ਰਲ ਮਿਲ ਕੇ ਸਤਿਗੁਰੂ ਜੀ ਦੇ ਪਾਵਨ ਦਿੱਤੇ ਉਪਦੇਸ਼ਾਂ ਨੂੰ ਸਮਝਦਿਆਂ ਹੋਇਆਂ ਆਪਣੇ ਜੀਵਨ ਦੇ ਸਹੀ ਰਸਤੇ ਨੂੰ ਲੱਭਣ ਦਾ, ਭਾਲਣ ਦਾ ਯਤਨ ਕਰੀਏ। ਜੋ ਸਹੀ ਰਸਤਾ ਹੈ ਉਹਦੇ ਉੱਤੇ ਤੁਰੀਏ। ਤੇ ਬਹੁਤੀ ਵਾਰੀ ਇੱਦਾਂ ਵੀ ਹੁੰਦਾ ਹੈ ਕਿ ਸਹੀ ਰਸਤੇ ਦੀ ਪਰਖ ਵੀ ਸਾਨੂੰ ਹੁੰਦੀ ਹੈ, ਬਸ ਕਈ ਹਾਲਾਤ, ਕੁਝ ਕੁ ਗੱਲਾਂ ਸਾਨੂੰ ਉਹ ਰਾਸਤੇ 'ਤੇ ਨਹੀਂ ਤੁਰਨ ਦਿੰਦੀਆਂ। ਤੇ ਉਹ ਰਸਤੇ 'ਤੇ ਨਾ ਤੁਰਨ ਦਾ ਇੱਕੋ ਇੱਕ ਕਾਰਨ ਕਿ ਸਾਡਾ ਡਰ, ਭਰਮ ਜਾਂ ਸੰਸਾ, ਸਹਿਮ, ਇਹ ਜਿਹੜੀਆਂ ਚੀਜ਼ਾਂ ਨੇ, ਜਿਹੜੀਆਂ ਸਾਡੇ ਮਨ ਦੀਆਂ ਕਮਜ਼ੋਰੀਆਂ ਨੇ, ਇਹ ਕਾਰਨ ਹੈ ਕਿ ਸਾਨੂੰ ਸਹੀ ਰਸਤੇ 'ਤੇ ਤੁਰਨ ਨਹੀਂ ਦਿੰਦੀਆਂ। ਸਹੀ ਰਸਤੇ ਦਾ ਪਤਾ ਭਾਵੇਂ ਹੈ, ਪਰ ਸਹੀ ਰਸਤੇ 'ਤੇ ਤੁਰਦੇ ਵੀ ਨਹੀਂ, ਕਿਉਂਕਿ ਬਹੁਤ ਕੁਝ ਹੁੰਦਾ ਹੈ। ਸਹੀ ਰਸਤੇ ਦਾ ਪਤਾ ਵੀ ਲੱਗ ਜਾਵੇ, ਕਈ ਵਾਰ ਲੋਕ ਲਾਜ ਵੀ ਆ ਜਾਂਦੀ ਹੈ ਕਿ ਲੋਕ ਖੌਰੇ ਕੀ ਕਹਿਣਗੇ। ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਅੱਜ ਦੇ ਇਸ ਪਾਵਨ ਸ਼ਲੋਕ ਦੇ ਰਾਹੀਂ ਸਾਨੂੰ ਇਹੋ ਹੀ ਸਮਝਾਉਂਦੇ ਨੇ ਕਿ ਕਿਹੜਾ ਰਸਤਾ ਤੂੰ ਅਪਣਾਉਣਾ ਹੈ,
ਕਿਹੜੇ ਰਸਤੇ ਤੇ ਤੁਰਿਆ ਤੂੰ ਆਪਣੇ ਜੀਵਨ ਪੱਧਰ ਤੋਂ ਡੋਲ ਸਕਦਾ ਹੈ, ਡਿੱਗ ਸਕਦਾ ਹੈ। ਅੱਜ ਬਹੁਤੇ ਹਾਲਾਤ ਸਾਡੇ ਇਹੀ ਨੇ ਕਿ ਬੰਦਾ ਚੱਲਦਾ ਚੱਲਦਾ ਡੋਲਦਾ ਵੀ ਹੈ ਅਤੇ ਡਿੱਗਦਾ ਵੀ ਹੈ। ਆਮ ਰਸਤੇ 'ਤੇ ਤੁਰਿਆ ਜਾਣਾ ਤਾਂ ਵੱਖਰੀ ਗੱਲ ਹੈ, ਪਰ ਜੀਵਨ 'ਚ ਚੱਲਦਿਆਂ ਚੱਲਦਿਆਂ ਬੰਦਾ ਬੜਾ ਡੋਲਦਾ, ਡਿੱਗਦਾ ਵੀ ਹੈ। ਡਿੱਗਣ ਤੋਂ ਭਾਵ ਬੰਦਾ ਸੁਰਤ ਕਰਕੇ, ਮੱਤ ਕਰਕੇ, ਸੋਚ ਕਰਕੇ ਬਹੁਤ ਨੀਵਾਂ ਡਿੱਗ ਪੈਂਦਾ ਹੈ। ਅਤੇ ਇਸੇ ਤਰ੍ਹਾਂ ਸਤਿਗੁਰੂ ਜੀ ਆਖਦੇ ਨੇ, ਭਾਈ ਤੇਰਾ ਜਿਹੜਾ ਰਸਤਾ ਹੈ ਸਿੱਧਾ ਹੋ ਸਕਦਾ ਹੈ, ਸਹੀ ਹੋ ਸਕਦਾ ਹੈ। ਅਤੇ ਆਓ ਆਪਾਂ ਸਤਿਗੁਰੂ ਜੀ ਦੇ ਪਾਵਨ ਉਪਦੇਸ਼ ਨੂੰ ਵਿਚਾਰਨ ਦਾ ਯਤਨ ਕਰੀਏ। ਅਗਲੇਰੀਆਂ ਹੋਰ ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਗੁਰਦੁਆਰ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਹੋਇਆਂ ਆਪਸ ਵਿੱਚ ਪਾਈਏ ਫਤਿਹ ਦੀ ਸਾਂਝ। ਜਿੰਨੀਆਂ ਵੀ ਸੰਗਤਾਂ ਜੁੜ ਮਿਲ ਬੈਠੀਆਂ ਨੇ, ਕੋਈ ਰਸਨਾ ਵਾਂਝੀ ਨਾ ਰਹੇ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲ ਕਰ ਰਹੇ ਸਾਂ ਕਿ ਬੰਦਾ ਸਹੀ ਰਸਤੇ ਦੀ ਪਹਿਚਾਣ ਹੁੰਦਿਆਂ ਵੀ ਸਹੀ ਰਸਤੇ 'ਤੇ ਤੁਰਦਾ ਨਹੀਂ। ਅਤੇ ਜੇ ਪਹਿਚਾਣ ਆ ਜਾਵੇ ਤਾਂ ਸਹੀ ਰਸਤੇ 'ਤੇ ਤੁਰਦਾ ਨਹੀਂ, ਪਰ ਜੇ ਜ਼ਿੰਦਗੀ ਜਿਉਣ ਦਾ ਸਹੀ ਮਾਰਗ ਪਤਾ ਵੀ ਨਹੀਂ ਤਾਂ ਉਹਨੂੰ ਲੱਭਣ ਦਾ ਵੀ ਯਤਨ ਨਹੀਂ ਕਰਦਾ ਕਿ ਸਹੀ ਰਸਤੇ 'ਤੇ ਮੈਨੂੰ ਕੋਈ ਚਲਾਵੇ ਕੌਣ, ਸਹੀ ਰਸਤਾ ਮੈਨੂੰ ਸਿਖਾਵੇ ਕੌਣ। ਕਿਉਂਕਿ ਬੰਦਾ ਸਹੀ ਰਸਤਾ ਲੱਭਣ ਦਾ ਮਾਰਾ ਡਿੱਗਦਾ ਤਾਂ ਹੈ ਜ਼ਰੂਰ, ਜਾਂਦਾ ਤਾਂ ਹੈ ਜ਼ਰੂਰ, ਪਰ ਜਾਂਦਾ ਉੱਥੇ ਆ ਜਿੱਥੇ ਇਹਨੂੰ ਜ਼ਿੰਦਗੀ ਦਾ ਸਹੀ ਮਾਰਗ ਮਿਲਦਾ ਨਹੀਂ। ਪਹਿਲਾਂ ਸ਼ਲੋਕ ਦੇ ਵਿੱਚ ਆਪਾਂ ਗੱਲ ਸਮਝੀ ਸੀ ਨਾ, ਸਾਲਕ ਮਿੱਤ ਰਹਿਓ ਨਾ ਕੋਈ, ਸਾਲਕ ਮਿੱਤ ਨਾ ਰਹਿਓ ਕੋਈ। ਸਹੀ ਜੀਵਨ ਜਿਉਣ ਦਾ ਢੰਗ ਤਰੀਕਾ ਸਿਖਾਉਣ ਵਾਲਾ ਹੈ ਜਿਹੜਾ ਉਹ ਮਿੱਤਰ ਕਦੇ ਬਣਾਇਆ ਨਹੀਂ। ਕਿਉਂਕਿ ਇੱਕੋ ਇੱਕ ਹੈ ਸਤਿਗੁਰੂ ਗੁਰੂ, ਜਿਹੜਾ ਸਾਨੂੰ ਸਹੀ ਜੀਵਨ ਜਿਉਣ ਦੀ ਜਾਂਚ ਸਿਖਾਉਂਦਾ ਹੈ, ਉਹਨੂੰ ਮਿੱਤਰ ਕਦੇ ਬਣਾਇਆ ਨਹੀਂ। ਹਰ ਜਸ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ, ਹਰੀ ਪਰਮਾਤਮਾ ਦਾ ਜਸ ਜਿਹੜਾ ਹਮੇਸ਼ਾ ਵਾਸਤੇ ਮਿੱਤਰ ਹੈ, ਉਹਨੂੰ ਕਦੇ ਬਣਾਇਆ ਨਹੀਂ। ਅਤੇ ਸਤਿਗੁਰੂ ਜੀ ਕਹਿੰਦੇ, ਭਾਈ ਸਹੀ ਰਸਤਾ ਜਦੋਂ ਤੈਨੂੰ ਲੱਭਿਆ ਨਹੀਂ ਤਾਂ ਹੀ ਤਾਂ ਤੂੰ ਡਿੱਗਦਾ ਡੋਲਦਾ ਹੈ। ਰੇ ਮਨ, ਅੱਜ ਦਾ ਜੋ ਪਾਵਨ ਸ਼ਲੋਕ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮੁਖਾਰਬਿੰਦ ਤੋਂ ਉਚਾਰਨ ਕਰਦੇ ਨੇ, 7 ਨੰਬਰ ਸ਼ਲੋਕ 12 ਤੇ ਵਧੀਕ ਦੇ ਵਿੱਚੋਂ। ਰੇ ਮਨ ਡੀਗ ਨਾ ਡੋਲੀਐ, ਸਿੱਧਾ ਮਾਰਗ ਧਾਓ। ਸਤਿਗੁਰੂ ਜੀ ਕਹਿੰਦੇ, ਭਾਈ ਰਸਤੇ ਉੱਤੇ ਮਤ ਭਟਕਦਾ ਫਿਰਦਾ ਰਹਿ। ਰਸਤੇ ਉੱਤੇ ਬਸ ਡਿੱਗਦਾ ਤੁਰਿਆ ਫਿਰਦਾ ਹੈ, ਭਟਕਦਾ ਫਿਰਦਾ ਹੈ, ਕਦੇ ਡਿੱਗ ਪੈਂਦਾ ਹੈ, ਕਦੇ ਉੱਠ ਖੜਦਾ ਹੈ। ਇੱਦਾਂ ਹੀ ਤੇਰੀ ਜਿਹੜੀ ਜ਼ਿੰਦਗੀ ਦਾ ਰਾਹ ਹੈ ਬਤੀਤ ਹੋ ਰਿਹਾ ਹੈ। ਬੰਦੇ ਦਾ ਇਵੇਂ ਦਾ ਜਿਹੜਾ ਜੀਵਨ ਹੈ, ਕਦੇ ਡਿੱਗਦਿਆਂ ਡੋਲਦਿਆਂ ਲੰਘ ਰਿਹਾ ਹੈ। ਕਬੀਰ ਸਾਹਿਬ ਜੀ ਦਾ ਸ਼ਲੋਕ ਪੜ੍ਹ ਰਹੇ ਸਾਂ, ਕਬੀਰ ਡਗਮਗ ਕਿਆ ਕਰਾਂ। ਡਗਮਗਾਉਂਦਾ ਕਿਉਂ ਹੈ, ਡਿੱਗਦਾ ਕਿਉਂ ਹੈ। ਕਬੀਰ ਡਗਮਗ ਕਿਆ ਕਰੈ, ਕਹਾਂ ਡੁਲਾਵੈ ਜੀਓ। ਸਰਬ ਸੁਖ ਕੋ ਨਾਇਕੋ, ਰਾਮ ਨਾਮ ਰਸ ਪੀਓ। ਜਿਹੜਾ ਹਰੀ ਪਰਮਾਤਮਾ ਸਾਰੇ ਸੁੱਖ ਦੇਣ ਵਾਲਾ ਏ, ਉਹਦੇ ਨਾਮ ਰਸ ਨੂੰ ਪੀਆ ਕਰ। ਹੁਣ ਬੰਦਾ ਜਿਹੜਾ ਹੈ ਸੁੱਖਾਂ ਦੀ ਖਾਤਰ ਬੜਾ ਕੁਝ ਕਰਦਾ ਏ, ਡਿੱਗਦਾ ਏ। ਡਿੱਗਣ ਦਾ ਭਾਵ ਕਿ ਇੱਥੋਂ ਤੱਕ ਡਿੱਗ ਪੈਂਦਾ ਆਪਣੇ ਕਰਮਾਂ ਕਰਕੇ, ਕਰਮਾਂ ਕਰਕੇ ਇੱਥੋਂ ਤੱਕ ਡਿੱਗ ਪੈਂਦਾ ਕਿ ਜਿੱਥੋਂ ਵੀ ਮੈਨੂੰ ਕਿਸੇ ਤਰੀਕੇ ਦੇ ਨਾਲ ਕੋਈ ਵਸਤ ਪ੍ਰਾਪਤ ਹੁੰਦੀ ਆ ਮੈਂ ਲਵਾਂ। ਅਤੇ ਸਤਿਗੁਰੂ ਜੀ ਕਾਰਨ ਦੱਸਦੇ ਨੇ ਕਿ ਜਿਹੜਾ ਡਗਮਗ ਹੈ, ਜਾਂ ਤੂੰ ਡਿੱਗਦਾ ਹੈ ਫਿਰ ਦੌੜਦਾ ਹੈ, ਫਿਰ ਡਿੱਗ ਪੈਂਦਾ ਹੈ, ਇਹਦਾ ਇੱਕੋ ਇੱਕ ਕਾਰਨ ਹੈ, ਓਨਾ ਟਾਈਮ ਡਿੱਗਦਾ ਰਹੇਗਾ ਜਿੰਨਾ ਟਾਈਮ ਤੇਰੇ ਚਿੱਤ ਵਿੱਚੋਂ ਭਰਮ ਡਰ ਨਹੀਂ ਨਿਕਲਦੇ। ਡਿੱਗਣ ਡੌਲਾ ਤੌ ਲਓ ਜੋ ਮਨ ਕੇ ਪਰਮਾ।
ਉਦੋਂ ਤੱਕ ਡਿੱਗਣ ਡੋਲਾ ਜਿੰਨਾ ਟਾਈਮ ਤੇਰੇ ਅੰਦਰ ਭਰਮ ਹੈ, ਡਰ ਹੈ, ਵਹਿਮ ਹੈ। ਹੁਣ ਬੰਦਾ ਤਾਂ ਹੀ ਹੈ ਨਾ, ਜਿੰਨਾ ਟਾਈਮ ਬੰਦੇ ਦੇ ਚਿੱਤ ਵਿੱਚ ਡਰ ਹੈ ਉਹਨਾਂ ਟਾਈਮ ਬੰਦਾ ਡਿੱਗਦਾ ਹੈ। ਗੁਰੂ ਪਾਸੇ ਆਉਣ ਨੂੰ ਚਿੱਤ ਤਾਂ ਜ਼ਰੂਰ ਕਰਦਾ ਹੈ, ਪਰ ਫਿਰ ਦਿਮਾਗ ਵਿੱਚ ਗੱਲ ਜਾਂਦੀ ਹੈ ਕਿ ਕਿਤੇ ਮੇਰਾ ਬਾਬਾ ਨਾ ਰੁੱਸ ਜਾਵੇ। ਗੁਰੂ ਜਿਹੜੀ ਗੱਲ ਕਰਦਾ ਮੰਨਣ ਯੋਗ ਤਾਂ ਉਹ ਵੀ ਹੈ, ਪਤਾ ਹੈ ਸੱਚ ਦਾ ਪਤਾ ਹੈ, ਗੁਰੂ ਗੱਲ ਸਹੀ ਕਹਿੰਦਾ ਏ, ਪਰ ਜੇ ਇਸ ਵੀਰਵਾਰ ਜੋਤ ਨਾ ਜਗਾਈ ਪਤਾ ਨਹੀਂ ਕੀ ਹੋ ਜਾਣਾ। ਐਤਵਾਰ ਨੂੰ ਫਲਾਣੀ ਥਾਂ 'ਤੇ ਕਬਰ 'ਤੇ ਮੜੀ 'ਤੇ ਕਿਤੇ ਮੱਥਾ ਟੇਕਣ ਨਾ ਗਿਆ ਪਤਾ ਨਹੀਂ ਕੀ ਹੋ ਜਾਣਾ। ਮੰਗਲਵਾਰ ਨੂੰ ਬਦਾਨਾ ਨਾ ਵੰਡਿਆ ਤੇ ਖੌਰੇ ਕੀ ਹੋ ਜਾਣਾ। ਬੰਦੇ ਤਾਂ ਇਹੀ ਹਾਲਾਤ ਹੈ ਨਾ, ਡਿੱਗਦਾ ਫਿਰਦਾ ਇਹ, ਇਸੇ ਨੂੰ ਤਾਂ ਡਿੱਗਣਾ ਕਿਹਾ ਹੈ, ਇਹੀ ਤਾਂ ਡਿੱਗਦਾ ਹੈ ਨਾ। ਇੱਕ ਵੀ ਨਹੀਂ, ਬਹੁਤੇ ਹਾਲਾਤ ਵੇਖੇ ਨੇ ਲੋਕਾਂ ਦੇ, ਕਿਸੇ ਇੱਕ 'ਤੇ ਵੀ ਨਹੀਂ ਖੜਨਾ। ਵੱਖੋ ਵੱਖਰੇ ਕਮਰਿਆਂ ਦੇ ਵਿੱਚ ਵੱਖਰੀਆਂ ਵੱਖਰੀਆਂ ਫੋਟੋਆਂ, ਇੱਕ ਦਿਨ ਇਹਦੀ ਪੂਜਾ, ਇੱਕ ਦਿਨ ਇਹਦੀ, ਅਗਲੇ ਨੇ ਕਮਰੇ ਵੰਡ ਰੱਖੇ ਨੇ ਘਰਾਂ ਦੇ ਵਿੱਚ, ਆ ਇਹਦਾ ਤੇ ਆ ਫਲਾਣੇ ਦਾ। ਅਤੇ ਬਹੁਤਿਆਂ ਦੇ ਗੁਰੂ ਗ੍ਰੰਥ ਸਾਹਿਬ ਵੀ ਘਰਾਂ ਦੇ ਵਿੱਚ ਪ੍ਰਕਾਸ਼ ਨੇ, ਅਤੇ ਨਾਲ ਨਾਲ ਉਹਨਾਂ ਦੀਆਂ ਵੀ ਬਣਾਈ ਰੱਖੀਆਂ ਨੇ। ਕੋਈ ਕਿਸੇ ਦਾ ਕਮਰਾ ਕਿਤੇ ਗੱਦੀ ਲੱਗੀ ਹੈ, ਕਿਸੇ ਦਾ ਟੇਬਲ ਲੱਗਿਆ। ਇੱਦਾਂ ਸਤਿਗੁਰੂ ਜੀ ਕਹਿੰਦੇ ਭਾਈ ਜਿੰਨਾ ਟਾਈਮ ਡਰ ਹੈ ਨਾ ਓਨਾ ਟਾਈਮ ਕਦੇ ਵੀ ਤੂੰ ਸੱਚ ਵਾਲੇ ਰਾਹ 'ਤੇ ਕਦੇ ਤੁਰ ਨਹੀਂ ਸਕਦਾ, ਸਹੀ ਰਾਹ 'ਤੇ ਕਦੇ ਤੁਰ ਨਹੀਂ ਸਕਦਾ। ਸਤਿਗੁਰੂ ਜੀ ਦਾ ਪਾਵਨ ਉਪਦੇਸ਼ ਕਦੇ ਪੜ੍ਹਿਓ। ਕਬੀਰ ਸਾਹਿਬ ਜੀ ਗੱਲ ਆਖਦੇ ਨੇ, ਕਹਿੰਦੇ ਮਨ ਰੇ ਛਾਡੋ ਭਰਮ, ਪ੍ਰਗਟ ਹੋਏ ਨਾਚੋ ਇਆ ਮਾਇਆ ਕੇ ਡਾਂਡੇ। ਕਹਿੰਦੇ ਕਿ ਜੇ ਤੂੰ ਨਿਡਰ ਹੋਣਾ ਚਾਹੁੰਦਾ, ਚਿੱਤ ਤੇਰਾ ਕਰਦਾ ਗੁਰੂ ਵਾਲੇ ਪਾਸੇ ਦਾ ਆਉਣ ਨੂੰ, ਫਿਰ ਉਹ ਸਾਰਾ ਕੁਝ ਛੱਡ ਦੇ, ਲੋਕ ਇਲਾਜ ਛੱਡ ਦੇ, ਫਿਰ ਤੈਨੂੰ ਛੱਡਣਾ ਪੈਣਾ ਹੈ। ਕਿਉਂਕਿ ਡਰ ਇਹੀ ਹੈ ਨਾ ਕਿ ਲੋਕ ਕਹਿਣਗੇ ਪਹਿਲਾਂ ਇੱਧਰ ਲੱਗਿਆ ਸੀ ਹੁਣ ਇੱਧਰ ਹੋ ਗਿਆ। ਬਹੁਤਿਆਂ ਦੇ ਹਾਲਾਤ ਇਹ ਨੇ ਕਿ ਉੱਧਰ ਵੀ ਨਹੀਂ ਛੱਡ ਸਕਦੇ ਅਤੇ ਇੱਧਰ ਪੱਕੇ ਤੌਰ 'ਤੇ ਜੁੜ ਵੀ ਨਹੀਂ ਸਕਦੇ ਗੁਰੂ ਵਾਲੇ ਪਾਸੇ। ਹਾਲਾਤ ਇਵੇਂ ਦੇ ਨੇ ਕਿ ਸਿੱਖ ਦੀ ਗੱਲ ਨੇ, ਕਿਉਂਕਿ ਲੋਕਾਂ ਨੂੰ ਲੋਕ ਇਲਾਜ ਦਾ ਡਰ ਹੈ ਕਿ ਲੋਕ ਖੌਰੇ ਕੀ ਕਹਿਣਗੇ, ਕਿ ਪਹਿਲਾਂ ਉੱਧਰ ਵੱਡਾ ਬਣਿਆ ਫਿਰਦਾ ਸੀ ਹੁਣ ਇੱਧਰ ਨੂੰ ਆ ਗਿਆ, ਨਾ ਉੱਧਰ ਜਿਉਂ ਜਾਂਦਾ ਅਤੇ ਨਾ ਇੱਧਰ। ਸਤਿਗੁਰੂ ਜੀ ਕਹਿੰਦੇ ਇਹ ਗੱਲਾਂ ਛੱਡ ਦੇ, ਪ੍ਰਗਟ ਹੋਏ ਨਾਚੋ। ਜੇ ਚਾਹੀ ਹੈ ਤੈਨੂੰ, ਪ੍ਰਗਟ ਹੋਏ ਨਾਚੋ ਇਆ ਮਾਇਆ ਕੇ ਡਾਂਡੇ। ਜਿਹੜਾ ਇਹ ਸਾਰਾ ਕੁਝ ਹੈ ਇਹਨਾਂ ਨੂੰ ਛੱਡ ਦੇ। ਸੂਰ ਕੇ ਸਨਮੁਖ ਰਨ ਤੇ ਡਰ ਪੈ, ਸਤੀ ਕੇ ਸਾਂਚੇ ਭਾਂਡੇ। ਜਿਹੜਾ ਬੰਦਾ ਮੈਦਾਨੇ ਜੰਗ ਵਿੱਚ ਉਤਰ ਹੀ ਗਿਆ, ਜਿਹੜਾ ਮੈਦਾਨੇ ਜੰਗ ਦੇ ਵਿੱਚ ਆ ਹੀ ਗਿਆ, ਜਿਹੜਾ ਰਣ ਦੇ ਵਿੱਚ ਚਲੇ ਗਿਆ, ਉਹਨੂੰ ਫਿਰ ਡਰ ਕੱਢ ਹੀ ਦੇਣਾ ਚਾਹੀਦਾ। ਜੇ ਸਿੱਧਾ ਹੀ ਗੁਰੂ ਦੇ ਨਾਲ ਜੁੜਨਾ ਹੈ ਤਾਂ ਆ ਇੱਧਰ ਨੂੰ। ਜੇ ਸੂਰਮਾ ਬਣਿਆ ਏ, ਜੇ ਚਾਰ ਰੱਖਦਾ ਏ, ਜੇ ਤੈਨੂੰ ਪਤਾ ਹੈ ਕਿ ਗੁਰੂ ਤੋਂ ਬਿਨਾਂ ਹੋਰ ਕੋਈ ਦਰ ਨਹੀਂ, ਜਿੱਥੇ ਮਰਜ਼ੀ ਜਿਉਂਦਾ ਜੀ ਡਿੱਗਦਾ ਫਿਰ ਮਰ ਕੇ ਤਾਂ ਇੱਥੇ ਹੀ ਆਉਣਾ ਪੈਣਾ। ਆਉਣਾ ਤਾਂ ਇੱਥੇ ਹੀ ਹੈ ਨਾ ਮਰ ਕੇ, ਭਾਵੇਂ ਜਿੱਥੇ ਮਰਜ਼ੀ ਬੰਦਾ ਜੁੜਿਆ ਹੋਵੇ, ਕਿੱਥੇ ਮਰਜ਼ੀ ਜਾਂਦਾ ਹੋਵੇ, ਮਰ ਕੇ ਤਾਂ ਇੱਥੇ ਹੀ ਆਉਣਾ ਹੈ ਨਾ। ਸਾਡੇ ਸੰਸਕਾਰ ਨੇ ਜਿਹੜੇ, ਸਾਡੀ ਮਰਿਆਦਾ ਹੈ, ਆਪਣੇ ਆਪ ਨੂੰ ਅਸੀਂ ਗੁਰੂ ਸਿੱਖ ਅਖਵਾਉਣ ਵਾਲੇ ਆਉਨੇ ਇੱਥੇ ਹੀ ਆ। ਕੁਝ ਵੀ ਹੋਵੇ ਘਰ ਦਾ ਕੋਈ ਵੀ ਰੀਤੀ ਰਿਵਾਜ, ਭਾਵੇਂ ਸੋਗ ਦਾ ਹੋਵੇ ਭਾਵੇਂ ਖੁਸ਼ੀ ਦਾ ਹੋਵੇ, ਕਰਨਾ ਤਾਂ ਅਸੀਂ ਇੱਥੇ ਹੀ ਆ ਕੇ। ਪਰ ਕਿਉਂ ਸੁੱਖ ਦੇ ਸਮੇਂ ਜਾਂ ਦੁੱਖ ਦੇ ਸਮੇਂ ਕਿਉਂ ਯਾਦ ਕਰੀਏ ਗੁਰੂ ਸਾਨੂੰ ਹਮੇਸ਼ਾ ਸਾਡੇ ਨਾਲ ਰਹੇ। ਦੁੱਖ ਲੱਗਿਆ ਤਾਂ ਅਸੀਂ ਇੱਥੇ ਆ ਗਏ, ਪਰ ਆਮ ਅਸੀਂ ਜਿੱਥੇ ਮਰਜ਼ੀ ਤੁਰੇ ਫਿਰਦੇ ਰਹੀਏ। ਕਿਉਂ? ਗੁਰੂ ਦੇ ਦਰ 'ਤੇ ਆਈਏ। ਕਬੀਰ ਸਾਹਿਬ ਜੀ ਕਹਿੰਦੇ ਡਗਮਗ ਛਾੜ ਰੇ ਮਨ ਮੌਰਾ। ਪਹਿਲਾਂ ਕਹਿੰਦੇ ਨੇ ਕਿ ਸੂਰ ਕੇ ਸਨਮੁਖ ਰਨ ਤੇ ਡਰ ਪੈ, ਸਤੀ ਕੇ ਸਾਚੈ ਪਾਂਡੇ। ਜਿਹੜੀ ਔਰਤ ਨੇ ਫੈਸਲਾ ਹੀ ਕਰ ਲਿਆ ਸਤੀ ਹੋਣ ਦਾ, ਭਾਵ ਕਿ ਜਿਹੜੀ ਔਰਤ ਨੇ ਸਤੀ ਹੋਣ ਦਾ ਇੱਕ ਦ੍ਰਿਸ਼ਟਾਂਤ ਦਿੱਤਾ ਹੈ ਕਿ ਜਿਹੜੀ ਕਹਿੰਦੀ ਮੈਂ ਸਤੀ ਹੋਣਾ ਹੈ, ਸਤੀ ਹੋ ਜਾਣਾ ਹੈ, ਉਹਨੂੰ ਫਿਰ ਘਰ ਦਾ ਕਾਹਦਾ ਫਿਕਰ, ਉਹਨੂੰ ਘਰ ਦੇ ਭਾਂਡਿਆਂ ਦਾ। ਹੁਣ ਸਤੀ ਹੋਣ ਵਾਲੀ ਕਹੀ ਜਾਵੇ ਕਿ ਮੇਰੇ ਘਰ ਦੇ ਪਿੱਛੇ ਭਾਂਡੇ ਨੇ, ਟਿੰਡੇ ਨੇ, ਘਰ ਦਾ ਫਿਕਰ ਰੱਖੇ, ਫਿਰ ਉਹ ਕੀ? ਫਿਰ ਤਾਂ ਸਿੱਧਾ ਸਨਮੁਖ ਹੋ ਕੇ ਗੁਰੂ ਦੇ ਦਰ 'ਤੇ ਆ ਜਾ। ਫਿਰ ਨਾ ਲੋਕ ਇਲਾਜ ਛੱਡ ਦੇ, ਫਿਰ ਨਾ ਸੋਚ ਕੇ ਇੱਧਰ ਮੇਰਾ ਆਹ ਸੀ ਅਤੇ ਇੱਧਰ ਆਹ ਸੀ, ਮੇਰੇ ਰਿਸ਼ਤੇਦਾਰ ਇੱਧਰ ਨੂੰ ਜੁੜੇ ਹੋਏ ਨੇ, ਮੇਰੇ ਘਰ ਦੇ ਇੱਧਰ ਜੁੜੇ ਹੋਏ ਨੇ, ਕੀ ਕਰੀਏ? ਸਾਰੇ ਜਾਂਦੇ ਨੇ, ਤੇਰਾ ਮਨ ਮੰਨ ਗਿਆ, ਤੈਨੂੰ ਪਤਾ ਲੱਗ ਗਿਆ ਤਾਂ ਆ ਜਾ, ਕੋਈ ਗੱਲ ਨਹੀਂ। ਗੁਰੂ ਤੋਂ ਕੋਈ ਓਲਾ ਥੋੜ੍ਹੀ ਹੈ,
ਭੁਲੇਖਾ ਥੋੜ੍ਹੀ ਹੈ, ਜੇ ਸਮਝ ਆ ਗਈ ਗੁਰੂ ਤੋਂ ਵੱਡਾ ਕੋਈ ਹੈ ਥੋੜ੍ਹੀ ਹੈ। ਇੱਥੇ ਆ ਜਾ। ਸੂਰ ਕੇ ਸਨਮੁਖ ਰਨ ਤੇ ਡਰ ਪੈ, ਸਤੀ ਕੇ ਸੰਚੈ ਭਾਂਡੇ ਡਗਮਗ ਛਾੜ ਰੇ ਮਨ ਬੌਰਾ। ਇਹ ਕਮਲੇ ਮਨ ਛੱਡ ਦੇ ਡਗਮਗ। ਇਵੇਂ ਜੇ ਨਾ ਕਰਿਆ ਕਰ, ਗੁਰਦੁਆਰੇ ਵੀ ਚੱਲ ਜਾ ਆਉਂਦੇ ਆ ਅਤੇ ਉੱਧਰ ਵੀ ਜਾਈਏ, ਐਂ ਚੱਲਦੇ ਰਹਿਣਾ ਕੰਮ ਨਾ। ਕਦੇ ਵੀ ਇੱਕ ਬੇੜੀ ਦੇ ਵਿੱਚ ਪੈਰ ਧਰ ਕੇ ਤੁਰਿਆ ਜਾਣਾ, ਅਤੇ ਕਦੇ ਦੋ ਬੇੜੀਆਂ ਦੇ ਵਿੱਚ ਪੈਰ ਧਰ ਕੇ, ਇੱਕ ਸਾਡੀਆਂ ਦੋ ਨਹੀਂ ਪਤਾ ਨਹੀਂ ਕਿੰਨੀਆਂ ਕੁ ਹੈ, ਬੜੀਆਂ ਨੇ, ਕਿਹੜੀ ਕਿਹੜੀ ਵਿੱਚ ਪੈਰ ਡੁੱਬਾਂਗੇ। ਦੋ ਵੀ ਨਹੀਂ, ਅਨੇਕਾਂ ਹੀ ਬਣੀਆਂ ਪਈਆਂ ਨੇ, ਬਹੁਤ ਜ਼ਿਆਦੇ ਨੇ। ਅੱਜ ਕਿਤੇ ਹੋਰ, ਕੱਲ੍ਹ ਨੂੰ ਟਰੱਕ 'ਤੇ ਚੜ੍ਹ ਕੇ ਕਿਸੇ ਨਾਲ ਹੋਰ, ਪਰਸੋਂ ਕਿਸੇ ਮੇਲੇ 'ਤੇ ਟਰਾਲੀ 'ਤੇ ਚੜ੍ਹ ਕੇ, ਕਦੇ ਕਿਸੇ ਨਾਲ ਕਦੇ ਕਿਸੇ ਨਾਲ। ਇੱਕ ਥੋੜ੍ਹੀਆਂ, ਇਹੀ ਤਾਂ ਡਗਮਗ ਹੈ। ਬਸ ਗੱਲ ਇਹ ਹੈ, ਡਗਮਗ ਓਨਾ ਟਾਈਮ ਹੈ ਜਿੰਨਾ ਟਾਈਮ ਡਰ ਹੈ। ਅਤੇ ਡਰ ਉਦੋਂ ਹੁੰਦਾ ਜਦੋਂ ਕੋਈ ਦੂਸਰੀ ਹਸਤੀ ਹੋਵੇ, ਜਦੋਂ ਕੋਈ ਦੂਜਾ ਹੋਵੇ ਨਾ, ਉਦੋਂ ਡਰ ਹੁੰਦਾ। ਇੱਕ ਦਿਨ ਆਪਾਂ ਪੜ੍ਹ ਰਹੇ ਸਾਂ ਨਿਰਭਉ ਦੇ ਅਰਥ, ਅਕਾਲ ਪੁਰਖ ਨਿਰਭਉ ਹੈ, ਕਿਉਂਕਿ ਉਹਦੇ ਵਰਗਾ ਦੂਜਾ ਹੈ ਹੀ ਨਹੀਂ। ਦੂਜਾ ਹੋਵੇਗਾ ਤਾਂ ਡਰ ਹੋਵੇਗਾ। ਜਿੱਦਣ ਤੈਨੂੰ ਸਮਝ ਪੈ ਗਈ ਕਿ ਅਕਾਲ ਪੁਰਖ ਨਿਰਭਉ ਹੈ, ਦੂਜੀ ਕੋਈ ਹੈ ਹੀ ਨਹੀਂ ਹਸਤੀ, ਉਦੋਂ ਤੇਰੇ ਡਰ ਸਾਰੇ ਭਰਮ ਨਿਕਲ ਹੀ ਜਾਣਗੇ। ਸੋਚ ਲੈ ਕਿ ਉਹਦੇ ਵਰਗਾ ਕੋਈ ਹੈ ਹੀ ਨਹੀਂ, ਹੋਰ ਜਿੰਨੇ ਵੀ ਤੁਰੇ ਫਿਰਦੇ ਨੇ ਕੁਝ ਵੀ ਨਹੀਂ, ਉਹਦੇ ਦਰ ਤੋਂ ਵੱਡੇ ਥੋੜ੍ਹੀ ਨੇ, ਰੱਬ ਤੋਂ ਵੱਡੇ ਥੋੜ੍ਹੀ ਨੇ। ਤੂੰ ਜੋੜੋ ਉਹਦੇ ਨਾਲ, ਉਹਦੇ ਨਾਲ ਜੋੜੋ, ਉਦੋਂ ਵੱਡੇ ਥੋੜ੍ਹੀ ਨੇ। ਬਸ ਸਾਡਾ ਬਾਬਾ ਨਾ ਰੁੱਸ ਜਾਵੇ, ਸਾਡਾ ਪੀਰ ਫਲਾਣਾ, ਸਾਡੇ ਮਰੇ ਹੋਏ ਜਿੰਨੇ ਵੀ ਵੱਡੇ ਵਡੇਰੇ, ਅਤੇ ਆਪਾਂ ਪਾਵਨ ਉਪਦੇਸ਼ ਬੜੇ ਵਾਰ ਸਮਝੇ ਆਏ ਕਿ ਭਾਈ ਸਾਡੇ ਲਈ ਤਾਂ ਸਭ ਤੋਂ ਵੱਡਾ ਸਤਿਗੁਰੂ ਨਾਨਕ ਹੈ, ਉਦੋਂ ਕੁਝ ਵੀ ਨਹੀਂ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਅਗਵਾਈ ਦਿੰਦੇ ਨੇ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਜਿਹੜੀ ਸਾਡੀ ਰੱਖਿਆ ਕਰਨ ਵਾਲਾ ਹੈ, ਜਿਹੜਾ ਇਹਨਾਂ ਭਰਮਾਂ ਸਹਿਮਾਂ ਤੋਂ ਕੱਢਣ ਵਾਲਾ ਹੈ। ਅਤੇ ਅੱਜ ਹੀ ਕੋਸ਼ਿਸ਼ ਕਰ ਕਿ ਜਿਹੜਾ ਤੇਰਾ ਸਹੀ ਰਸਤਾ ਹੈ ਉਹ 'ਤੇ ਤੁਰ, ਸਹੀ ਮਾਰਗ 'ਤੇ ਤੁਰ। ਆਪਾਂ ਪੜ੍ਹਦੇ ਹਾਂ ਨਾ ਭਗਤ ਰਵਿਦਾਸ ਸਾਹਿਬ ਜੀ ਦਾ ਸ਼ਬਦ, ਘਟ ਅਵ ਘਟ ਡੂੰਗਰ ਘਣਾ ਇੱਕ ਨਿਰਗੁਣ ਬੈਲ ਹਮਾਰ। ਮੇਰਾ ਮਨ ਬੈਲ ਹੈ, ਇੱਕ ਨਿਰਗੁਣ ਬੈਲ ਹਮਾਰ, ਜਿਹਦੇ ਵਿੱਚ ਕੋਈ ਗੁਣ ਨਹੀਂ। ਰਾਹ ਬੜਾ ਔਖਾ ਹੈ, ਜ਼ਿੰਦਗੀ ਦਾ ਰਸਤਾ ਬੜਾ ਔਖਾ ਹੈ, ਇਹ 'ਤੇ ਤੁਰਿਆ ਨਹੀਂ ਜਾਂਦਾ। ਘਟ ਅਵ ਘਟ ਡੂੰਗਰ ਘਣਾ, ਘਟ ਹੁੰਦਾ ਹੈ ਰਸਤਾ। ਕਹਿੰਦੇ ਘਟ ਰਸਤਾ ਅਵ ਘਟ ਬੜਾ ਔਖਾ ਏ। ਡੂੰਗਰ, ਡੂੰਗਰ ਭਾਵ ਪਹਾੜੀ ਹੈ, ਪਹਾੜੀ ਰਸਤਾ ਹੈ। ਘਟ ਅਵ ਘਟ ਡੂੰਗਰ ਘਣਾ ਇੱਕ ਨਿਰਗੁਣ ਬੈਲ ਹਮਾਰ। ਅਤੇ ਮੇਰਾ ਮਨ ਬਲਦ ਬੜਾ ਮਾੜਾ ਹੈ, ਕੋਈ ਗੁਣ ਹੀ ਨਹੀਂ ਇਹਦੇ ਵਿੱਚ। ਇੱਕ ਨਿਰਗੁਣ ਬੈਲ ਹਮਾਰ, ਰਮਈਏ ਸਿਓ ਇੱਕ ਬੇਨਤੀ, ਮੇਰੀ ਪੂੰਜੀ ਰਾਖ ਮੁਰਾਰ। ਕਿਰਪਾ ਕਰ, ਮੇਰੀ ਰੱਖਿਆ ਕਰ, ਮੇਰੀ ਰਾਸ ਪੂੰਜੀ ਤੂੰ ਆਪ ਹੀ ਰੱਖਿਆ ਕਰ, ਕਿਉਂਕਿ ਤੇਰੀ ਕਿਰਪਾ, ਤੇਰਾ ਨਾਮ ਹੀ ਮੇਰੀ ਰਾਸ ਪੂੰਜੀ ਹੈ। ਤੇਰਾ ਨਾਮ ਹੀ ਮੇਰੀ ਰਾਸ ਪੂੰਜੀ ਹੈ। ਤੇਰਾ ਨਾਮ ਲੈ ਕੇ ਮੈਂ ਇਸ ਰਸਤੇ 'ਤੇ ਤੁਰ ਸਕਦਾ ਹਾਂ। ਅਤੇ ਕਿਰਪਾ ਕਰ ਕਿਤੇ ਆ ਜਿਹੜਾ ਮਾਰਗ ਹੈ, ਇਸ ਮਾਰਗ 'ਤੇ ਚੱਲਦਿਆਂ ਹੋਇਆਂ, ਇਸ ਔਖੇ ਰਾਹ 'ਤੇ ਚੱਲਦਿਆਂ ਹੋਇਆਂ, ਮੇਰੀ ਪੂੰਜੀ ਹੈ ਜਿਹੜੀ ਤੇਰੀ ਨਾਮ ਵਾਲੀ, ਉਹ ਕਿਤੇ ਡਿੱਗ ਨਾ ਪਵੇ। ਹੋਵਣ ਜਾਰੋ ਰਾਮ ਕੋ, ਮੇਰਾ ਟਾਂਡਾ ਲਾ ਦਿਆ ਜਾਏ ਰੇ। ਇਹੋ ਜਿਹੀ ਅਵਸਥਾ ਹੋਣੀ ਚਾਹੀਦੀ ਹੈ। ਅਤੇ ਸਤਿਗੁਰੂ ਜੀ ਇਹੀ ਆਖਦੇ ਨੇ ਕਿ ਭਾਈ ਮੈਂ ਰਾਮ ਨਾਮ ਤਨ ਲਾਦਿਆ, ਮਿਖਲਾਤੀ ਸੰਸਾਰ। ਆ ਸਾਡਾ ਸਰੀਰ ਗੱਡਾ ਹੈ ਅਤੇ ਮਨ ਬਲਦ ਹੈ, ਸਰੀਰ ਨੂੰ ਚਲਾਉਣ ਵਾਲਾ ਮਨ ਹੈ ਨਾ, ਇਹ ਮਨ ਬਲਦ ਹੈ ਜਿਹੜਾ ਸਰੀਰ ਨੂੰ ਚਲਾਉਂਦਾ ਹੈ। ਇਹਦੇ ਉੱਤੇ ਪ੍ਰਮਾਤਮਾ ਦੇ ਨਾਮ ਦਾ ਜਿਹੜਾ ਤਣ ਹੈ ਲੱਦ, ਰੱਬੀ ਗੁਣਾਂ ਨੂੰ ਲੱਦ, ਤਾਂ ਜੋ ਤੇਰਾ ਮਨ ਸਿੱਧਾ ਤੁਰਿਆ ਜਾਵੇ, ਸਹੀ ਤੁਰਿਆ ਜਾਵੇ। ਅਤੇ ਅਕਾਲ ਪੁਰਖ ਪ੍ਰਮਾਤਮਾ ਅੱਗੇ ਅਰਦਾਸ ਕਰਿਆ ਕਰ, ਸਤਿਗੁਰੂ ਜੀ ਕਿਤੇ ਇਹ ਲੁੱਟਿਆ ਨਾ ਜਾਵੇ, ਚੰਗੀ ਸੋਚ ਚੰਗੀ ਮੱਤ ਕੋਈ ਲੁੱਟ ਕੇ ਨਾ ਮੇਰੀ ਲੈ ਜਾਵੇ। ਲੁੱਟਣ ਤੋਂ ਭਾਵ ਮੇਰੇ ਵਿੱਚ ਜਿਹੜੀ ਇਮਾਨਦਾਰੀ ਹੈ, ਕਿਤੇ ਬੇਈਮਾਨੀ ਐਡੀ ਵੱਡੀ ਨਾ ਹੋ ਕੇ ਸਾਹਮਣੇ ਖੜ ਜਾਵੇ ਕਿ ਮੇਰੀ ਜਿਹੜੀ ਇਮਾਨਦਾਰੀ ਕਿਤੇ ਲੁੱਟੀ ਜਾਵੇ। ਕਿਤੇ ਰਿਸ਼ਵਤ ਦਾ ਹੱਥ ਐਡਾ ਵੱਡਾ ਨਾ ਹੋ ਜਾਵੇ, ਰਿਸ਼ਵਤਖੋਰ ਜਿਹੜਾ ਰਿਸ਼ਵਤ ਦੇਣ ਵਾਲਾ ਹੈ, ਕਿਤੇ ਐਡਾ ਵੱਡਾ ਨਾ ਹੋਵੇ ਕਿ ਮੇਰੀ ਜਿਹੜੀ ਇਮਾਨਦਾਰੀ ਹੈ, ਮੇਰਾ ਧਰਮ ਵਿਕ ਜਾਵੇ।
ਇਹ ਅਰਦਾਸ ਹੋਣੀ ਚਾਹੀਦੀ ਹੈ, ਸਤਿਗੁਰੂ ਆਪਦੇ ਪਾਣੇ ਵਿੱਚ ਰੱਖ, ਜ਼ਿੰਦਗੀ ਦੇ ਕਿਵੇਂ ਵੀ ਹਾਲਾਤ ਹੋਣ ਮੈਂ ਡੋਲਾਂ ਨਾ, ਕਿਉਂਕਿ ਬਹੁਤ ਕੁਝ ਹੋ ਜਾਂਦਾ ਜ਼ਿੰਦਗੀ ਵਿੱਚ, ਬੜਾ ਕੁਝ ਹੈ, ਪੈਰ ਪੈਰ 'ਤੇ ਬੰਦੇ ਦੇ ਇਮਤਿਹਾਨ ਨੇ, ਜਿੱਥੇ ਬੰਦਾ ਡੋਲਦਾ ਹੈ। ਬਸ ਸਤਿਗੁਰੂ ਅੱਗੇ ਅਰਦਾਸ ਕਰਿਆ ਕਰੋ, ਸਤਿਗੁਰੂ ਜੀ ਇੰਨੀ ਕੁ ਸਮੱਤ ਬਖਸ਼, ਡੋਲ ਨਾ ਜਾਈਏ। ਇਹ ਵੀ ਕੋਈ ਵੱਡੀ ਗੱਲ ਨਹੀਂ, ਕਿਉਂਕਿ ਮਾਇਆ ਵੀ ਉਹਨੇ ਰਚੀ ਹੋਈ ਹੈ, ਮਾਇਆ ਨੇ ਆਉਣਾ ਹੀ ਆਉਣਾ, ਬੰਦੇ ਦੇ ਇਮਤਿਹਾਨ ਹੋਣੇ ਹੀ ਹੋਣੇ ਨੇ, ਮਾਇਆ ਵੀ ਉਹਦੇ ਭਾਣੇ ਵਿੱਚ ਹੈ, ਹੋਣਾ ਹੀ ਹੋਣਾ ਹੈ। ਪਰ ਸਤਿਗੁਰੂ ਇਹ ਇਮਾਨਦਾਰੀ ਹੈ, ਜਿਹੜਾ ਮੇਰਾ ਧਰਮ ਹੈ, ਕਿਤੇ ਡੋਲ ਨਾ ਜਾਵਾਂ ਮੈਂ ਇਹ ਤੋਂ, ਇਹ ਵੀ ਤੁਹਾਡੀ ਕਿਰਪਾ ਹੋਣੀ ਚਾਹੀਦੀ ਹੈ। ਕਹਿੰਦੇ ਮੈਂ ਰਾਮ ਨਾਮ ਧਨ ਲਾਦਿਆ, ਬਿਖ ਲਾਦੀ ਸੰਸਾਰ, ਰਾਮ ਨਾਮ ਦਾ ਧਨ ਹੈ ਜਿਹੜਾ ਲੱਦ ਲੈ, ਲੋਕ ਤਾਂ ਬਿਖ ਲੱਦੀ ਫਿਰਦੇ ਨੇ, ਕਹਿੰਦੇ ਮੈਂ ਰਾਮ ਦਾ ਨਾਮ ਜਿਹੜਾ ਹੈ ਉਹ ਲੱਦ ਲਿਆ ਆਪਣੇ ਉੱਤੇ, ਰੱਬੀ ਗੁਣਾਂ ਨੂੰ, ਰੱਬੀ ਸੁਭਾਅ ਨੂੰ ਮੈਂ ਕਮਾ ਲਿਆ। ਅਤੇ ਇਹ ਹੈ ਸਤਿਗੁਰੂ ਜੀ ਕਹਿੰਦੇ ਭਾਈ, ਜਿੱਦਣ ਰਾਮ ਨਾਮ ਆਪਣੇ ਸਰੀਰ ਉੱਤੇ, ਆਪਣੇ ਇਸ ਸਰੀਰ ਗੱਡੇ ਉੱਤੇ ਲੱਦ ਲਿਆ ਨਾ, ਉਦਣ ਅਸਲ ਤੇਰਾ ਵਪਾਰ ਹੋਣਾ ਹੈ, ਉਦਣ ਸਹੀ ਮਾਰਗ ਤੈਨੂੰ ਪਤਾ ਲੱਗ ਜਾਣਾ। ਫਿਰ ਇਸ ਰਾਹ 'ਤੇ ਤੁਰਿਆ ਤੈਨੂੰ ਡਰ ਨਹੀਂ ਰਹਿਣਾ ਕਿ ਕੋਈ ਆ ਨਾ ਜਾਵੇ, ਕੋਈ ਲੁੱਟ ਕੇ ਨਾ ਲੈ ਜਾਵੇ ਮੈਨੂੰ, ਕੋਈ ਮੈਨੂੰ ਗਲਤ ਰਸਤੇ ਨਾ ਪਾ ਦੇਵੇ। ਜਿੱਦਣ ਬੰਦਾ ਅੰਦਰੋਂ ਪੱਕਾ ਹੋਏ ਨਾ, ਭਾਵੇਂ ਜਿੰਨਾ ਮਰਜ਼ੀ ਜ਼ੋਰ ਲਾਵੇ, ਕੋਈ ਉਖਾੜ ਹੀ ਨਹੀਂ ਸਕਦਾ ਸਾਨੂੰ, ਕਿਉਂਕਿ ਆਪਾਂ ਆਮ ਗੱਲਾਂ ਪੜ੍ਹਦੇ ਹਾਂ ਨਾ, ਆਪਾਂ ਆਮ ਹੀ ਘਰਾਂ ਵਿੱਚ, ਆਮ ਸਾਡੇ ਹਾਲਾਤਾਂ ਵਿੱਚ ਸੁਣਦੇ ਹਾਂ ਕਿ ਫਲਾਣਿਆਂ ਨੇ ਇਹਨਾਂ ਨੂੰ ਵੀ ਨਾਲ ਲਾ ਲਿਆ, ਹੋਰਾਂ ਨੂੰ ਵੀ ਆਪਣੇ ਨਾਲ ਜੋੜ ਲਿਆ, ਉਹ ਉੱਥੇ ਜਾਂਦੇ ਸੀ, ਫਲਾਣੇ ਡੇਰੇ 'ਤੇ ਜਾਂਦੇ, ਫਲਾਣੇ ਕਬਰ 'ਤੇ ਇਹਨਾਂ ਨੂੰ ਵੀ ਨਾਲ ਲਾ ਲਿਆ। ਇੱਦਾਂ ਨਹੀਂ, ਜੇ ਮਨ ਮਜ਼ਬੂਤ ਹੈ, ਜੇ ਗੁਰੂ 'ਤੇ ਵਿਸ਼ਵਾਸ ਹੈ, ਕੋਈ ਤੋੜ ਨਹੀਂ ਸਕਦਾ ਤੁਹਾਨੂੰ, ਜੋੜ ਹੀ ਨਹੀਂ ਸਕਦਾ। ਬੜੇ ਸੀ ਨਾ, ਬੜਾ ਸੀ, ਸਾਡੀ ਤਾਂ ਉਮਰ ਭਾਵੇਂ ਬਹੁਤੀ, ਇੱਥੇ 7 ਤੇ 9 ਸਾਲ ਦੇ ਬੱਚਿਆਂ ਨੂੰ ਅਗਲਿਆਂ ਨੇ ਬੜੇ ਲਾਲਚ ਦਿੱਤੇ, ਬਹੁਤ ਕੁਝ ਕਿਹਾ ਕਿ ਈਨ ਕਬੂਲ ਕਰ ਲਓ, ਤੁਹਾਨੂੰ ਉਹਨਾਂ ਨਾਲੋਂ ਵੱਡੇ ਲਾਲਚ ਤਾਂ ਅੱਜ ਕੋਈ ਨਹੀਂ ਨਾ ਦਿੰਦਾ, ਉਹਨਾਂ ਨੂੰ ਤਾਂ ਵੱਡੇ ਵੱਡੇ ਲਾਲਚ ਦਿੱਤੇ ਸੀ, ਪਰ ਉਹ ਨਹੀਂ ਡੋਲੇ, ਕਿਉਂਕਿ ਗੁਰੂ 'ਤੇ ਵਿਸ਼ਵਾਸ ਹੈ, ਗੁਰੂ 'ਤੇ ਵਿਸ਼ਵਾਸ ਹੈ। ਰਸਤਾ ਭਾਵੇਂ ਔਖਾ ਹੈ, ਮਾਰਗ ਦੇ ਉੱਤੇ ਚੱਲਦਿਆਂ ਹੋਇਆਂ ਇਮਤਿਹਾਨ ਬੜੇ ਆਉਣੇ ਨੇ, ਮਾਇਆ ਹੈ ਸਾਰੀ, ਬਸ ਬਚ ਕੇ ਲੰਘਿਆ ਜੇ ਰਾਮ ਦਾ ਨਾਮ ਤੇਰੇ ਨਾਲ ਹੈ। ਅਤੇ ਸਤਿਗੁਰੂ ਜੀ ਕਹਿੰਦੇ ਭਾਈ, ਉਹਨਾਂ ਟਾਈਮ ਡਿੱਗਣ ਡੋਲਾ ਹੈ, ਉਹਨਾਂ ਟਾਈਮ ਡਿੱਗੇਗਾ ਜਿੰਨਾ ਟਾਈਮ ਤੇਰੇ ਚਿੱਤ ਵਿੱਚ ਭਰਮ ਹੈ। ਜਿੱਦਣ ਭਰਮ ਕੱਢ ਦਿੱਤਾ, ਉਦਣ ਸਿਰਫ ਗੁਰੂ ਦਾ ਤੂੰ ਜਾਣਾ, ਉਦਣ ਸਿਰਫ ਗੁਰੂ ਦਾ ਰਹਿ ਜਾਣਾ ਹੈ ਤੂੰ। ਅਤੇ ਕੋਸ਼ਿਸ਼ ਕਰਿਆ ਕਰੋ, ਜੇ ਗੁਰੂ 'ਤੇ ਵਿਸ਼ਵਾਸ ਹੈ, ਜੇ ਸਤੀ ਹੋਣ ਦਾ ਚਾਅ ਇਹ, ਤਾਂ ਫਿਰ ਪਿੱਛੇ ਕਾਹਦੀ ਗੌਰ, ਘਰ ਦੀ ਕਾਹਦੀ ਗੌਰ, ਫਿਰ ਘਰ ਦਾ ਕਾਹਦਾ ਫਿਕਰ, ਭਾਂਡਿਆਂ ਦਾ ਕਾਹਦਾ ਫਿਕਰ। ਸਤੀ ਹੋਣ ਵਾਲੀ ਕਹੀ ਜਾਵੇ ਕਿ ਮੈਂ ਭਾਂਡੇ ਸਾਂਭਿਆ, ਮੈਂ ਫਿਰ ਕਾਹਦੇ ਭਾਂਡੇ, ਹੁਣ ਤਾਂ ਸਤੀ ਹੋਣਾ ਹੀ ਹੋਣਾ ਹੈ। ਅਤੇ ਇਸੇ ਤਰ੍ਹਾਂ ਜੇ ਗੁਰੂ ਦੀ ਸਮਝ ਪੈ ਗਈ, ਜੇ ਗੁਰਦੁਆਰੇ ਵੀ ਆਉਣ ਦਾ ਚਾਅ ਹੈ, ਤਾਂ ਬਾਕੀਆਂ ਨੂੰ ਛੱਡ ਦੇ, ਕੋਸ਼ਿਸ਼ ਕਰ ਛੱਡਣ ਦੀ। ਲੋਕ ਤਾਂ ਬੜਾ ਕੁਝ ਕਹਿਣਗੇ, ਮਾਇਆ ਹੈ ਸਭ ਕੁਝ, ਛੱਡ ਦੇ, ਬਸ ਮਨ ਪੱਕਾ ਕਰ ਕਿ ਸਤਿਗੁਰੂ ਤੇਰਾ ਹੀ ਆਸਰਾ ਹੈ, ਤੇਰੇ ਨਾਮ ਦਾ ਆਸਰਾ ਹੈ, ਤੂੰ ਹੀ ਹੈ ਬਖਸ਼ਣਹਾਰ, ਤੇਰੇ ਨਾਮ ਦਾ ਆਸਰਾ ਲੈ ਕੇ ਜ਼ਿੰਦਗੀ ਜਿਉਣੀ ਹੈ ਜਿੰਨਾ ਟਾਈਮ ਸੀ, ਕਿਉਂਕਿ ਗੁਰੂ ਇੰਨਾ ਦਿਆਲੂ ਹੈ ਕਿ ਭੁੱਲੇ ਹੋਇਆਂ ਨੂੰ ਬਖਸ਼ਾ ਲੈਂਦਾ ਹੈ, ਭੁੱਲੇ ਹੋਇਆਂ ਨੂੰ ਵੀ ਗਲੇ ਲਾ ਲੈਂਦਾ ਹੈ ਬਖਸ਼ ਕੇ। ਫਿਰ ਕੀ ਹੋ ਗਿਆ, ਜ਼ਿੰਦਗੀ ਲੰਘ ਗਈ, ਕਿਤੇ ਹੋਰ ਲੰਘ ਗਈ, ਕਿਤੇ ਹੋਰ ਦੇ ਦਰ ਦਰ 'ਤੇ ਜਿੰਨਾ ਕੁ ਟਾਈਮ ਲੰਘ ਗਿਆ, ਬਸ ਭੁੱਲਾਂ ਵਿੱਚ ਲੰਘ ਗਿਆ। ਠੀਕ ਹੈ ਸਤਿਗੁਰੂ, ਅੱਜ ਤੇਰੀ ਮੱਤ ਆ ਗਈ, ਅਤੇ ਸਾਡੇ ਇੱਥੋਂ ਤੱਕ ਨੇ, ਸਹੀ ਦਾ ਰਸਤਾ ਸਾਨੂੰ ਪਤਾ ਹੈ, ਪਰ ਅਸੀਂ ਤੁਰਨਾ ਨਹੀਂ ਚਾਹੁੰਦੇ। ਸਹੀ ਮਾਰਗ ਪਤਾ ਹੈ ਕਿ ਇੱਥੇ ਹੀ ਆਉਣਾ ਹੈ, ਭਾਵੇਂ ਜਦੋਂ ਮਰਜ਼ੀ ਆ ਜਾਈਏ, ਪਰ ਅਸੀਂ ਤੁਰਨ ਨੂੰ ਤਿਆਰ ਨਹੀਂ, ਕਿਉਂਕਿ ਲੋਕ ਲਾਜ ਹੈ ਸਾਡੀ। ਜੇ ਉਧਰ ਨੂੰ ਹਟ ਗਏ ਤਾਂ ਲੋਕ ਖੌਰੇ ਕੀ ਕਹਿਣਗੇ, ਜਾਂ ਉਹ ਬੰਦੇ ਕੀ ਕਹਿਣਗੇ ਜਿਨ੍ਹਾਂ ਨੇ ਸਾਨੂੰ ਲਾਇਆ। ਇਹ ਸਾਨੂੰ ਡਰ ਹੈ। ਜੇ ਤੈਨੂੰ ਚਾਹ ਹੈ, ਗੁਰੂ ਦਾ ਪਤਾ ਹੈ, ਤਾਂ ਭਾਈ ਇੱਕ ਪਾਸੇ ਆ ਜਾ, ਸਹੀ ਵਾਲੇ ਪਾਸੇ ਆ ਜਾ। ਦੂਜੇ ਰਸਤੇ ਤਾਂ ਜਿਹੜੇ ਨੇ ਨਾ ਔਖੇ ਨੇ, ਜਿਹੜੇ ਡਿੱਗਦੇ ਨੇ, ਜਿਹੜੇ ਤੈਨੂੰ ਡੋਬ ਕੇ ਲੈ ਬੈਠਣਗੇ, ਉਹ ਰਾਹ 'ਤੇ ਨਹੀਂ, ਇਸ ਬੇੜੀ 'ਤੇ ਆ ਜਾ ਜਿੱਥੇ ਗੁਰੂ ਖੁਦ ਤੈਨੂੰ ਪਾਰ ਲੰਘਾਵੇਗਾ। ਸਤਿਗੁਰੂ ਜੀ ਕਹਿੰਦੇ ਰੇ ਮਨ ਡੀਗ ਨਾ ਡੋਲੀਐ, ਸਿੱਧਾ ਮਾਰਗ ਧਾਓ, ਪਾਸ਼ਾ ਬਾਗ ਡਰਾਵਣੋ, ਆਗੈ ਅਗਨ ਤਲਾਓ। ਜਿੰਨਾ ਟਾਈਮ ਸਹੀ ਰਸਤੇ 'ਤੇ ਨਾ ਤੁਰਿਆ, ਫਿਰ ਤੈਨੂੰ ਡਰ ਹੀ ਲੱਗਿਆ ਰਹਿਣਾ ਹੈ, ਡਰ ਲੱਗਿਆ ਰਹਿਣਾ ਹੈ। ਪਿੱਛੇ ਬਾਗ ਡਰਾਵਣੋ, ਬਾਗ ਮਤਲਬ ਬਘਿਆੜ, ਆਤਮਿਕ ਜੀਵਨ ਨੂੰ ਖਾਣ ਵਾਲਾ ਬਘਿਆੜ, ਭਾਵ ਆਤਮਿਕ ਮੌਤ, ਬਘਿਆੜ, ਵਿਕਾਰਾਂ ਰੂਪੀ ਬਘਿਆੜ ਜਿਹੜਾ ਤੈਨੂੰ ਖਾ ਲਵੇਗਾ। ਪਾਸ਼ਾ ਬਾਗ ਡਰਾਵਣੋ, ਆਗੇ ਅਗਨ ਤਲਾਓ, ਅੱਗੇ ਜਿਹੜੀ ਅਗਨ ਦੀ ਨਹਿਰ ਨਦੀ ਹੈ, ਅਗਨ ਭਾਵ ਵਿਕਾਰਾਂ ਦੀ ਨਦੀ ਹੈ, ਉਹਦੇ 'ਚ ਵੀ ਡੁੱਬਣਾ ਹੈ, ਪਿੱਛੇ ਵੀ ਡੁੱਬਣਾ ਹੈ।
ਜ਼ਿੰਦਗੀ ਸਹੀ ਕਰ ਲੈ, ਰਾਹ ਸਹੀ ਬਣਾ ਲੈ, ਜਿਹਦੇ ਤੇ ਇਹੋ ਜਿਹਾ ਕੁਝ ਆਵੇ ਨਾ, ਤੈਨੂੰ ਜ਼ਮੀਰ ਮਰਨ ਵਾਲਾ ਰਾਹ ਤੇਰੇ ਆਵੇ ਨਾ, ਬਗਿਆੜ ਆਵੇ ਨਾ, ਕੋਈ ਵਿਕਾਰ ਆਉਣ ਹੀ ਨਾ, ਲੋਭ ਲਹਿਰਾ ਤੇ ਨੀਚਰ ਵਾਜੈ, ਕਾਇਆ ਡੁੱਬੈ ਕੇਸ਼ਵਾ, ਇਹੋ ਜਿਹੀਆਂ ਲਹਿਰਾਂ ਆਉਣ ਹੀ ਨਾ। ਰਾਹ ਹੀ ਤੇਰਾ ਸਹੀ ਹੋਣਾ ਚਾਹੀਦਾ, ਰਾਹ ਤੇਰਾ ਸਹੀ ਹੋਵੇ। ਜੇ ਆਉਣ ਵੀ ਤਾਂ ਤੈਨੂੰ ਕੋਈ ਡਰ ਨਾ ਹੋਵੇ ਕਿ ਭਾਵੇਂ ਜ਼ਿੰਦਗੀ ਵਿੱਚ ਕੁਝ ਮਰਜ਼ੀ ਹੋਵੇ, ਅਕਾਲ ਪੁਰਖ ਦਾ ਪਾਣਾ ਹੈ, ਰੱਬ ਦਾ ਪਾਣਾ ਹੈ, ਸਾਨੂੰ ਕੋਈ ਡੁਲਾ ਨਹੀਂ ਸਕਦਾ। ਇਹੋ ਜਿਹੀ ਅਵਸਥਾ ਹੋਣੀ ਚਾਹੀਦੀ ਹੈ। ਸਤਿਗੁਰੂ ਜੀ ਕਹਿੰਦੇ ਸੰਸਾ ਜੀਅਰਾ ਪਰ ਰਹਿਓ, ਮਾਂ ਕਹੋ ਅਵਰ ਨਾ ਢੰਗ। ਕਹਿੰਦੇ ਕਿ ਵਿੰਗੇ ਰਸਤਿਆਂ 'ਤੇ ਤੁਰਿਆ ਹੋਇਆ ਜਿੰਨਾ ਟਾਈਮ ਬੰਦਾ ਸਹੀ ਰਸਤੇ 'ਤੇ ਨਹੀਂ ਤੁਰਦਾ, ਉਹਨਾਂ ਟਾਈਮ ਡਰ ਦੇ ਵਿੱਚ ਸਹਿਮ ਵਹਿਮ ਭਰਿਆ ਰਹਿੰਦਾ ਹੈ, ਸਹਿਮ ਪਿਆ ਰਹਿੰਦਾ। ਗੁਰੂ ਨੂੰ ਛੱਡ ਕੇ ਜੇ ਬੰਦਾ ਇੱਕ ਦੇ ਨਾਲ ਹੋਰ ਦੇ ਨਾਲ ਜੁੜ ਗਿਆ ਨਾ, ਹੋਰਾਂ ਦਾ ਵੀ ਬੜਿਆਂ ਦਾ ਹੋਰ ਦਾ ਦੁੱਖ ਪੈ ਜਾਵੇਗਾ। ਹੁਣ ਬੰਦਾ ਜਾਂਦਾ ਹੀ ਹੈ ਗੁਰੂ ਨੂੰ ਛੱਡ ਕੇ ਬੜਿਆਂ ਕੋਲ ਜਾਂਦਾ, ਉਪਾਅ ਕਰਾਉਣ ਚਲਿਆ ਗਿਆ, ਘਰ ਦਾ ਆਪਣੇ ਘਰ-ਬਾਰ ਕਾਰੋਬਾਰ ਦਾ ਬੰਦਾ ਉਪਾਅ ਕਰਾਉਣ ਚਲਿਆ ਗਿਆ। ਹੁਣ ਉਹਨਾਂ ਨੇ ਸੁੱਖ ਥੋੜ੍ਹੀ ਦੇਣਾ, ਅੱਗੇ ਡਰ ਥੋੜ੍ਹੀ ਕੱਢਣਾ, ਉਹਨਾਂ ਨੇ ਜ਼ਿਆਦਾ ਡਰ ਪਾ ਦੇਣਾ ਕਿ ਆਹ ਕੰਮ ਕਰਿਆ ਕਰ, ਆਹ ਤੁਹਾਡੇ ਅੜਚਨ ਹੈ। ਇੱਦਾਂ ਦੀਆਂ ਗੱਲਾਂ ਨੇ ਬੜੀਆਂ, ਡਰ ਕੱਢਣਾ ਨਹੀਂ, ਉਹਨਾਂ ਨੇ ਦੁੱਗਣਾ ਡਰ ਪਾ ਦੇਣਾ। ਫਿਰ ਬੰਦਾ ਹੋਰ ਸੁਚੇਤ ਹੁੰਦਾ, ਹੋਰ ਡਰ ਰੱਖਦਾ ਕਿਤੇ ਆਹ ਨਾ ਹੋ ਜਾਵੇ, ਅੱਜ ਆਹ ਨਾ ਕੀਤਾ ਫਿਰ ਪਤਾ ਨਹੀਂ ਕੀ ਵਿਗਾੜ। ਇਹੋ ਜਿਹਾ ਸਤਿਗੁਰੂ ਜੀ ਕਹਿੰਦੇ ਭਾਈ ਗੁਰੂ ਦੇ ਦਰ 'ਤੇ ਆ ਕੇ ਇਹ ਸਾਰੇ ਡਰ ਨਿਕਲ ਜਾਣੇ ਨੇ। ਸੰਸੈ ਜੀਅਰਾ ਪਰ ਰਹਿਓ, ਮਾਂ ਕੋ ਅਵਰ ਨਾ ਢੰਗ, ਨਾਨਕ ਗੁਰਮੁਖ ਛੁੱਟੀਐ, ਹਰ ਪ੍ਰੀਤਮ ਸਿਉ ਸੰਗ। ਗੁਰੂ ਦੇ ਦਰ 'ਤੇ ਆ ਕੇ ਹੀ ਇਹੋ ਜਿਹੇ ਚਿੰਤਾ, ਡਰ ਨੇ, ਵਹਿਮ ਭਰਮ ਨੇ ਸਾਰੇ ਨਿਕਲ ਜਾਂਦੇ ਨੇ। ਕਿਸੇ ਪਰਾਏ ਦੀ ਆਸ ਹੈ ਨਾ ਜਿਹੜੀ, ਕਿਸੇ ਹੋਰ ਦੀ ਆਸ ਹੈ, ਉਹ ਨਿਕਲਣੀ ਗੁਰਮੁਖ ਹੋ ਕੇ ਹੈ, ਗੁਰੂ ਦੇ ਸਨਮੁਖ ਹੋਇਆਂ ਨਿਕਲਣੀ ਹੈ। ਨਾਨਕ ਗੁਰਮੁਖ ਛੁੱਟੀ ਹੈ, ਹਰ ਪ੍ਰੀਤਮ ਸਿਉ ਸੰਗ। ਫਿਰ ਹੀ ਜਿਹੜਾ ਪ੍ਰਮਾਤਮਾ ਹੈ, ਅਕਾਲ ਪੁਰਖ ਪ੍ਰਮਾਤਮਾ ਦਾ ਸਾਥ ਸਾਨੂੰ ਮਿਲ ਸਕਦਾ ਹੈ। ਅਤੇ ਜਿਹਨੇ ਅਕਾਲ ਪੁਰਖ ਪ੍ਰਮਾਤਮਾ ਦਾ ਸਾਥ ਲੈਣਾ ਹੈ ਤਾਂ ਭਾਈ ਬਾਕੀ ਸਾਰਾ ਕੁਝ ਛੱਡਣਾ ਪਵੇਗਾ। ਕਿਉਂਕਿ ਆਪਾਂ ਪੜ੍ਹਦੇ ਹਾਂ ਨਾ ਇਤਿਹਾਸਕ ਬੋਲ ਨੇ ਕਿ ਸਿੱਖੀ ਉੱਤੇ ਸਿੱਖੀ ਨਹੀਂ ਟਿਕ ਸਕਦੀ, ਅਤੇ ਸੱਚੇ ਹੀ ਸਿੱਖੀ ਉੱਤੇ ਸਿੱਖੀ ਨਹੀਂ ਟਿਕ ਸਕਦੀ। ਭਾਂਡੇ ਉੱਤੇ ਭਾਂਡਾ ਤਾਂ ਟਿਕ ਜਾਂਦਾ ਹੈ, ਪਰ ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ। ਪਹਿਲਾਂ ਸਾਰਾ ਕੁਝ ਛੱਡਣਾ ਪਵੇਗਾ, ਫਿਰ ਗੁਰੂ ਦਾ ਹੋਵੇਗਾ, ਨਹੀਂ ਤਾਂ ਸਿੱਖੀ ਦੀ ਦਾਤ ਨਹੀਂ ਲੈ ਸਕਦਾ। ਛੱਡ ਦਈਏ ਸਾਰਾ ਕੁਝ, ਆਪਣੇ ਅੰਦਰ ਦੇ ਜਿੰਨੇ ਭਾਂਡੇ ਢਿੰਡੇ ਨੇ ਖਿਲਾਰ ਦਈਏ ਕਿ ਸਾਨੂੰ ਲੋੜ ਨਹੀਂ, ਬਸ ਹੁਣ ਤਾਂ ਗੁਰੂ ਹੈ। ਜਿੱਦਣ ਗੁਰੂ ਦੀ ਕਿਰਪਾ ਦਾ ਮੀਂਹ ਵਰਸੇਗਾ ਤਾਂ ਸਾਰਾ ਕੁਝ ਹੀ ਢਹਿ ਢੇਰੀ ਹੋ ਜਾਣਾ ਹੈ। ਅਤੇ ਸਤਿਗੁਰੂ ਜੀ ਇਹੀ ਆਖਦੇ ਨੇ ਭਾਈ ਦੇਖੋ ਭਾਈ, ਗਿਆਨ ਕੀ ਆਈ ਆਂਦੀ, ਸਭੈ ਉਡਾਨੀ ਭ੍ਰਮ ਕੀ ਟਾਟੀ, ਤੂੰ ਰਹਿ ਨਾ ਮਾਇਆ ਬਾਂਦੀ। ਅਤੇ ਸਤਿਗੁਰੂ ਜੀ ਕਿਰਪਾ ਕਰਨ ਸਾਡੇ ਅੰਦਰ ਵੀ ਗੁਰੂ ਦੇ ਗਿਆਨ ਦੀ ਹਨੇਰੀ ਚੱਲੇ, ਅਸੀਂ ਉਸ ਹਨੇਰੀ ਦੇ ਪਾਤਰ ਬਣੀਏ, ਤਾਂ ਜੋ ਜਿੰਨੇ ਵੀ ਵਿਕਾਰ ਵਹਿਮ ਭਰਮ ਸਾਡੇ ਅੰਦਰ ਡੇਰਾ ਬਣਾ ਕੇ ਬੈਠੇ ਹੋਏ ਨੇ, ਕੋਈ ਫਲਾਣਾ ਬਾਬਾ ਬੈਠਾ, ਕੋਈ ਮੜੀ ਵਾਲਾ, ਕੋਈ ਮਰਿਆ ਗਲਿਆ ਬੈਠਾ, ਸਾਰੇ ਉੱਡਦੇ ਉੱਡ ਜਾਣ। ਬਸ ਗੁਰੂ ਦੀ ਕਿਰਪਾ ਰਵੇ, ਗੁਰੂ ਸਾਡੇ ਅੰਦਰ ਘਰ ਕਰ ਜਾਵੇ। ਨਾਨਕ ਗੁਰਮੁਖ ਛੁੱਟੀ ਹੈ, ਹਰ ਪ੍ਰੀਤਮ ਸਿਉ ਸੰਗ। ਦਾਤਾ ਰਹਿਮਤ ਕਰੇ ਸਾਨੂੰ ਵੀ ਦਾਤ ਮੰਗਣ ਦੀ ਜਾਂਚ ਆ ਜਾਵੇ, ਸਹੀ ਮਾਰਗ ਅਸੀਂ ਲੱਭ ਲਈਏ। ਸੋ ਬੋਲਦਿਆਂ ਪਾਸੋਂ ਭਾਈ ਅਨੇਕਾਂ ਭੁੱਲਾਂ ਹੋਣੀਆਂ ਸੁਭਾਵਿਕ ਨੇ, ਸਤਿਗੁਰੂ ਜੀ ਬਖਸ਼ਣ ਯੋਗ ਨੇ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।